ਓਕੇ ਸਟੂਡੈਂਟਸ, ਫਸਟ ਵੀਡੀਓ ਦੇ ਵਿੱਚ ਅਸੀਂ ਸੈਕੰਡ ਕੁਐਸਚਨ ਤੱਕ ਕੀਤਾ ਸੀ। ਦੈਨ ਥਰਡ ਕੁਐਸਚਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਸੈਂਪਲ ਦਿੱਤੇ ਹੋਏ ਨੇ A B C ਐਂਡ D ਐਂਡ 4 ਮੈਟਲ ਦੇ ਸੋਲਿਊਸ਼ਨਸ ਵੀ ਦਿੱਤੇ ਹੋਏ ਨੇ, ਆਇਰਨ ਸਲਫੇਟ, ਕਾਪਰ ਸਲਫੇਟ, ਜ਼ਿੰਕ ਸਲਫੇਟ ਐਂਡ ਸਿਲਵਰ ਨਾਈਟ੍ਰੇਟ। ਇਹ ਜੋ ਟੇਬਲ ਹੈ ਇਸ ਦੇ ਵਿੱਚ ਦਿੱਤਾ ਹੋਇਆ ਹੈ ਕਿ ਇਹ ਆਇਰਨ ਸਲਫੇਟ ਨਾਲ ਰਿਐਕਟ ਕਰਕੇ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਫਸਟ ਦੇ ਵਿੱਚ, ਐਂਡ ਦੈਨ ਉਸ ਤੋਂ ਬਾਅਦ ਦਿੱਤਾ ਹੋਇਆ ਕਿ ਇਹ ਜੋ ਕਾਪਰ ਸਲਫੇਟ ਦੇ ਨਾਲ ਰਿਐਕਸ਼ਨ ਕਰੇਗੀ ਦੈਨ ਉਹਦੀ ਡਿਸਪਲੇਸਮੈਂਟ ਹੋਏਗੀ। ਇਹ A B C ਐਂਡ D ਇਹ ਮੈਟਲ ਸਾਨੂੰ ਗੈਸ ਕਰਨੇ ਪੈਣੇ ਨੇ, ਦੈਨ ਉਸ ਤੋਂ ਬਾਅਦ ਸਾਨੂੰ ਆਨਸਰ ਦੇਣੇ ਪੈਣੇ ਨੇ। ਓਕੇ, ਸੋ ਫਸਟ ਇਹਦਾ ਪਾਰਟ ਦੇ ਵਿੱਚ ਕੁਐਸਚਨ ਹੈ ਵਿਚ ਇਜ਼ ਦਾ ਮੋਸਟ ਰਿਐਕਟਿਵ ਮੈਟਲ। ਹੁਣ ਦੇਖੋ ਆਨਸਰ ਦੇ ਵਿੱਚ ਕੀ ਲਿਖਿਆ ਹੋਇਆ, B ਇਜ਼ ਦਾ ਮੋਸਟ ਰਿਐਕਟਿਵ ਮੈਟਲ ਬਿਕੋਜ਼ ਜੋ B ਹੈ ਉਹ ਆਇਰਨ ਸਲਫੇਟ ਦੇ ਨਾਲ ਮਿਲ ਕੇ ਉਸਦੀ ਡਿਸਪਲੇਸਮੈਂਟ ਹੋ ਰਹੀ ਹੈ। उसकी डिसप्लेसमेंट इस करके हो रही है क्योंकि बहुत ज़्यादा वो रिएक्टिव मेटल है। ओके, अगर रिएक्टिव मेटल ना होंगी दैन उसकी डिसप्लेसमेंट नहीं होनी सी। दैन सैकेंड जो क्वेश्चन है, सैकेंड पार्ट है, वट वुड यू ऑब्जर्व इफ बी इज़ एडेड टू अ सोल्यूशन ऑफ कॉपर सल्फेट। अगर बी जो होवे वो कॉपर सल्फेट सोल्यूशन के नाल ऐड की जाए दैन अस की ऑब्जर्व करांगे। ओके, बी जो की होएगी कॉपर नूं डिसप्लेस कर देगी। कॉपर ਨੂੰ ਡਿਸਪਲੇਸ ਕਰਨ ਤੋਂ ਬਾਅਦ ਕਾਪਰ ਅਲੱਗ ਹੋ ਜਾਏਗਾ ਐਂਡ ਜੋ ਸਲਫੇਟ ਹੈ ਸਾਡੇ ਕੋਲ B ਮੈਟਲ ਦੇ ਨਾਲ ਆ ਕੇ ਲੱਗ ਜਾਏਗਾ। ਉਸ ਤੋਂ ਬਾਅਦ ਥਰਡ ਪਾਰਟ ਕੀ ਹੈ, ਅਰੇਂਜ ਦਾ ਮੈਟਲਸ A B C ਐਂਡ D ਇਨ ਦਾ ਆਰਡਰ ਆਫ ਡਿਕਰੀਜ਼ਿੰਗ ਰਿਐਕਟੀਵਿਟੀ। ਇਹਨਾਂ ਨੂੰ ਅਸੀਂ ਕਿਵੇਂ ਅਰੇਂਜ ਕਰੀਏ ਕਿ ਜਦੋਂ ਅਸੀਂ ਅਰੇਂਜ ਕਰਨਾ ਹੈ ਤਾਂ ਸਭ ਤੋਂ ਪਹਿਲੀ ਜੋ ਮੈਟਲ ਹੋਏਗੀ ਸਭ ਤੋਂ ਜ਼ਿਆਦਾ ਰਿਐਕਟਿਵ ਹੋਏਗੀ, ਦੈਨ ਉਸ ਤੋਂ ਬਾਅਦ ਰਿਐਕਟੀਵਿਟੀ ਡਿਕਰੀਜ਼ ਹੁੰਦੀ ਜਾਏਗੀ। ਓਕੇ, ਹੁਣ ਦੇਖੋ ਇਹਨਾਂ ਨੇ ਕਿਸ ਤਰ੍ਹਾਂ ਸਾਨੂੰ ਆਰਡਰ ਦਿੱਤਾ ਹੋਇਆ ਹੈ। ਸਭ ਤੋਂ ਜ਼ਿਆਦਾ ਰਿਐਕਟਿਵ ਕੌਣ ਹੈ, B, ਜੋ ਕਿ ਅਸੀਂ ਫਸਟ ਪਾਰਟ ਦੇ ਵਿੱਚ ਕਲੀਅਰ ਕਰ ਚੁੱਕੇ ਹਾਂ। ਉਸ ਤੋਂ ਬਾਅਦ A ਕਿਉਂ ਹੈ, ਕਿਉਂਕਿ ਕਾਪਰ ਸਲਫੇਟ ਜਿਹੜਾ ਕਿ ਥੋੜ੍ਹਾ ਜਿਹਾ ਆਇਰਨ ਸਲਫੇਟ ਨਾਲੋਂ ਲੈਸ ਰਿਐਕਟਿਵ ਹੁੰਦਾ ਹੈ। ਓਕੇ, ਇਹ ਡਿਸਪਲੇਸਮੈਂਟ ਇਸ ਦੀ ਕਦੋਂ ਹੋ ਰਹੀ ਹੈ, A ਦੀ ਕਾਪਰ ਸਲਫੇਟ ਸੋਲਿਊਸ਼ਨ ਉੱਤੇ, ਦੈਨ ਇਹ A ਆ ਜਾਏਗਾ ਆਨਸਰ ਸਾਡੇ ਕੋਲ। ਉਸ ਤੋਂ ਬਾਅਦ ਆਨਸਰ ਕੀ ਹੈ, C। ਓਕੇ, ਇਹ ਕੀ ਕਰ ਰਹੀ ਹੈ, ਸਿਲਵਰ ਨਾਈਟ੍ਰੇਟ ਉੱਤੇ ਇਸ ਦੀ ਡਿਸਪਲੇਸਮੈਂਟ ਹੋ ਰਹੀ ਹੈ। ਠੀਕ ਹੈ, ਐਂਡ ਸਭ ਤੋਂ ਲਾਸਟ 'ਤੇ ਕੀ ਹੈ, D ਸਾਡੇ ਕੋਲ ਸਭ ਤੋਂ ਘੱਟ ਰਿਐਕਟੀਵਿਟੀ ਦੇ ਆਰਡਰ ਦੇ ਵਿੱਚ ਹੈ। ਕਿਉਂਕਿ ਜੋ D ਹੈ ਕਿਤੇ ਵੀ ਦੇਖੋ ਤੁਸੀਂ ਟੇਬਲ ਦੇ ਵਿੱਚ ਨੋ ਰਿਐਕਸ਼ਨ ਲਾਸਟ ਤੱਕ ਨੋ ਰਿਐਕਸ਼ਨ। ਓਕੇ, ਸੋ ਇਸ ਦਾ ਮਤਲਬ ਇਹ ਸਭ ਤੋਂ ਘੱਟ ਰਿਐਕਟਿਵ ਹੋਏਗੀ। ਸੋ ਇਹ ਤੁਹਾਨੂੰ ਕਲੀਅਰ ਹੋ ਚੁੱਕਾ ਹੋਏਗਾ। ਦੈਨ ਚੱਲਦੇ ਹਾਂ ਕੁਐਸਚਨ ਫੋਰਥ, ਵਿਚ ਗੈਸ ਇਜ਼ ਪ੍ਰੋਡਿਊਸਡ ਵੈਨ ਡਿਲੂਟ ਹਾਈਡਰੋਕਲੋਰਿਕ ਐਸਿਡ ਇਜ਼ ਐਡਿਡ ਟੂ ਅ ਰਿਐਕਟਿਵ ਮੈਟਲ। ਅਗਰ ਅਸੀਂ ਡਿਲੂਟ HCl ਐਸਿਡ ਨੂੰ ਰਿਐਕਟਿਵ ਮੈਟਲ ਦੇ ਵਿੱਚ ਯੂਜ਼ ਕਰਦੇ ਹਾਂ ਦੈਨ ਕਿਹੜੀ ਗੈਸ ਪ੍ਰੋਡਿਊਸ ਹੋਣ ਦੇ ਚਾਂਸਿਸ ਨੇ, ਹਾਈਡਰੋਜਨ ਗੈਸ। ਜਦੋਂ ਅਸੀਂ ਡਿਲੂਟ ਹਾਈਡਰੋਕਲੋਰਿਕ ਐਸਿਡ ਨੂੰ ਕਿਸੇ ਰਿਐਕਟਿਵ ਮੈਟਲ ਦੇ ਨਾਲ ਰਿਐਕਟ ਕਰਵਾਉਂਦੇ ਹਾਂ ਦੈਨ ਸਾਡੇ ਕੋਲ ਕੀ ਪ੍ਰੋਡਿਊਸ ਹੁੰਦੀ ਹੈ, ਹਾਈਡਰੋਜਨ ਗੈਸ। ਇਸ ਦਾ ਮਤਲਬ ਆਇਰਨ ਨੂੰ H2SO4 ਸਲਫਿਊਰਿਕ ਐਸਿਡ ਨਾਲ ਕਨਵਰਟ ਕਰਨ ਤੋਂ ਬਾਅਦ ਜੋ ਹਾਈਡਰੋਜਨ ਗੈਸ ਦੇ ਮੋਲੀਕਿਊਲਸ ਨੇ ਸਲਫੇਟ ਨਾਲੋਂ ਅਲੱਗ ਹੋ ਜਾਣਗੇ। ਆਇਰਨ ਜੋ ਹੋਏਗਾ ਸਲਫੇਟ ਗਰੁੱਪ ਦੇ ਨਾਲ ਆ ਕੇ ਲੱਗ ਜਾਏਗਾ ਐਂਡ ਹਾਈਡਰੋਜਨ ਪ੍ਰੋਡਿਊਸ ਹੋ ਜਾਏਗੀ। ਉਸ ਤੋਂ ਬਾਅਦ ਕੁਐਸਚਨ ਫਿਫਥ ਹੈ, ਵਟ ਵੁਡ ਯੂ ਅਬਜ਼ਰਵ ਵੈਨ ਜ਼ਿੰਕ ਇਜ਼ ਐਡਿਡ ਟੂ ਅ ਸੋਲਿਊਸ਼ਨ ਆਫ ਆਇਰਨ ਸਲਫੇਟ। ਜਦੋਂ ਜ਼ਿੰਕ ਮੈਟਲ ਨੂੰ ਆਇਰਨ ਸਲਫੇਟ ਦੇ ਨਾਲ ਅਸੀਂ ਰਿਐਕਟ ਕਰਵਾਉਂਦੇ ਹਾਂ ਦੈਨ ਸਾਡੇ ਕੋਲ ਕੀ ਕੈਮੀਕਲ ਰਿਐਕਸ਼ਨ ਆਏਗੀ, ਜਦੋਂ ਜ਼ਿੰਕ ਸਲਫੇਟ ਗਰੁੱਪ ਦੇ ਨਾਲ ਜਾ ਕੇ ਰਿਐਕਟ ਕਰੇਗਾ ਆਇਰਨ ਅਲੱਗ ਹੋ ਜਾਏਗਾ, ਆਇਰਨ ਸਾਡੇ ਕੋਲ ਇੱਕ ਪ੍ਰੋਡਕਟ ਬਣ ਜਾਏਗਾ ਐਂਡ ਦੈਨ ਜੋ ਸਲਫੇਟ ਗਰੁੱਪ ਹੋਏਗਾ ਸਲਫੇਟ ਲੱਗ ਜਾਏਗਾ ਜ਼ਿੰਕ ਦੇ ਨਾਲ। ਓਕੇ, ਦੈਨ ਸਾਡੇ ਕੋਲ ਆਨਸਰ ਕੀ ਆਏਗਾ, ਜ਼ਿੰਕ ਸਲਫੇਟ ਸਾਡੇ ਕੋਲ ਇੱਕ ਪ੍ਰੋਡਕਟ ਬਣ ਜਾਏਗਾ ਸਾਈਡ ਵਾਈਜ਼, ਆਇਰਨ ਵੀ ਸਾਡੇ ਕੋਲ ਸਾਈਡ ਪ੍ਰੋਡਕਟ ਹੋਏਗਾ। ਓਕੇ, ਦੈਨ ਉਸ ਤੋਂ ਨੈਕਸਟ ਕੁਐਸਚਨਸ ਨੇ। ਕੁਐਸਚਨ ਫਸਟ ਹੈ, ਰਾਈਟ ਦਾ ਇਲੈਕਟ੍ਰੋਨ ਡਾਟ ਸਟਰਕਚਰਸ ਫॉर ਸੋਡੀਅਮ ਆਕਸੀਜਨ ਐਂਡ ਮੈਗਨੀਸ਼ੀਅਮ। ਸੋਡੀਅਮ ਆਕਸੀਜਨ ਐਂਡ ਮੈਗਨੀਸ਼ੀਅਮ ਦੇ ਅਸੀਂ ਡਾਟ ਪ੍ਰੋਡਕਟ ਲਿਖਣੇ ਨੇ। ਦੇਖੋ ਜੋ ਸੋਡੀਅਮ ਹੁੰਦਾ ਹੈ ਉਸਦਾ ਸਾਡੇ ਕੋਲ ਐਟੋਮਿਕ ਨੰਬਰ ਕਿੰਨਾ ਹੁੰਦਾ ਹੈ, 11, ਜੋ ਕਿ ਦਿੱਤਾ ਹੋਇਆ ਹੈ ਆਨਸਰ ਦੇ ਵਿੱਚ। ਸੋਡੀਅਮ ਜੋ ਹੁੰਦਾ ਹੈ ਜਦੋਂ ਅਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਰਦੇ ਹਾਂ ਦੈਨ 10th ਤੁਹਾਡੇ ਸਟੈਂਡਰਡ ਤੱਕ ਕੀ ਆਉਂਦੇ, ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਆਉਂਦੀ ਹੈ, 2 8 ਐਂਡ 2, ਜੋ ਕਿ ਇੱਕ ਐਟਮ ਦੇ ਸਟਰਕਚਰ ਦੇ ਅਕੋਰਡਿੰਗ ਹੁੰਦੀ ਹੈ। ਓਕੇ, ਇਸ ਦਾ ਮਤਲਬ 2 8 ਐਂਡ 2। ਸੋ ਇੱਕ ਜੋ ਅਲੱਗ ਪੇਅਰ ਬਚ ਜਾਏਗਾ ਕਿਉਂਕਿ 2 ਉਹ ਅਲੱਗ ਪੇਅਰ ਹੋ ਗਿਆ, 8 ਵਾਲੇ ਦਾ ਅਲੱਗ ਪੇਅਰ ਹੋ ਗਿਆ, ਦੈਨ 2 ਜੋ ਬਚ ਜਾਏਗਾ ਕਿਉਂਕਿ ਇਸਦਾ 11 ਹੈ 12 ਨਹੀਂ ਹੈ। ਸੋ ਇਸਦਾ ਇੱਕ ਅਨਪੇਅਰਡ ਇਲੈਕਟ੍ਰੋਨ ਜੋ ਬਚ ਜਾਏਗਾ ਉਸਨੂੰ ਅਸੀਂ ਡਾਟ ਦੀ ਤਰ੍ਹਾਂ ਉੱਤੇ ਲਗਾਵਾਂਗੇ ਇਸ ਦੇ ਉੱਤੇ। ਦੈਨ ਆਕਸੀਜਨ ਇਸਦਾ ਐਟੋਮਿਕ ਨੰਬਰ 8 ਹੁੰਦਾ ਹੈ। ਸੋ ਇਸਦਾ ਮਤਲਬ 2
ਐਂਡ 8 ਜਦੋਂ ਅਸੀਂ ਅਟੋਮਿਕ ਸਟਰਕਚਰ ਦੇ ਹਾਂ 2 ਐਂਡ 8 ਐਂਡ ਦੈਨ 8 ਸਾਡੇ ਕੋਲ ਬਚਦਾ ਹੈ, ਦੈਨ ਇਸ ਦੇ 8 ਡਾਟ ਲੱਗਣਗੇ। ਮੈਗਨੀਸ਼ੀਅਮ ਜੋ ਹੁੰਦੀ ਹੈ ਉਸਦਾ ਅਟੋਮਿਕ ਨੰਬਰ ਕਿੰਨਾ ਹੁੰਦਾ 12। ਸੋ ਇਸ ਦਾ ਮਤਲਬ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੁੰਦੀ ਹੈ 2 8 ਐਂਡ 2, ਲਾਸਟ ਸਾਡੇ ਕੋਲ ਕੀ ਬਚਿਆ 2। ਸੋ ਇਸ ਦੇ 2 ਡਾਟ ਹੋਣਗੇ। ਓਕੇ, ਦੈਨ ਸਾਡੇ ਕੋਲ ਸੈਕਿੰਡ ਆਪਸ਼ਨ ਕੀ ਹੈ, show the formation of Na2O and magnesium oxide by the transfer of electrons. By the transfer of electrons, ਸੋਡੀਅਮ ਦੇ ਕੋਲ ਅਸੀਂ ਦੇਖਿਆ ਕਿ ਇੱਕ ਹੀ ਡਾਟ ਹੁੰਦਾ ਹੈ, ਦੋਨਾਂ ਦੇ ਇੱਕ ਇੱਕ ਡਾਟ ਕੀ ਹੋਏਗਾ ਆਕਸੀਜਨ ਦੇ ਨਾਲ ਜਾ ਕੇ ਸ਼ੇਅਰ ਹੋਏਗਾ। ਸੋ ਇਸ ਦਾ ਮਤਲਬ ਜਿਹੜੀ ਕਿ ਇਸ ਦੀ ਆਇਨਿਕ ਫਾਰਮੇਸ਼ਨ ਹੋਏਗੀ, ਸੋਡੀਅਮ ਕੀ ਕਰੇਗਾ ਇੱਕ ਇੱਕ ਰਿਮੂਵ ਕਰ ਦੇਗਾ ਇਲੈਕਟ੍ਰੋਨ, ਆਕਸੀਜਨ ਜੋ ਹੋਏਗਾ ਸੋਡੀਅਮ ਦਾ ਦੋਨੇ ਇਲੈਕਟ੍ਰੋਨ ਨੂੰ ਗੇਨ ਕਰ ਲੇਗਾ। ਸੋ ਇਸ ਦਾ ਮਤਲਬ 2 ਨੈਗੇਟਿਵ ਉਸ ਦੇ ਉੱਤੇ ਚਾਰਜ ਆ ਜਾਏਗਾ ਐਂਡ ਇਸ ਦੀ ਸਟਰਕਚਰ ਇਹ ਹੋ ਜਾਏਗੀ। ਮੈਗਨੀਸ਼ੀਅਮ ਆਕਸਾਈਡ ਜੋ ਹੋਏਗਾ, ਮੈਗਨੀਸ਼ੀਅਮ ਦੇ ਕੋਲ 2 ਡਾਟ ਹੁੰਦੇ ਨੇ, 2 ਇਲੈਕਟ੍ਰੋਨ ਹੁੰਦੇ ਨੇ, ਦੋਨੇ ਆਪਣੇ ਇਲੈਕਟ੍ਰੋਨ ਆਕਸੀਜਨ ਨੂੰ ਡੋਨੇਟ ਕਰ ਦੇਗਾ ਐਂਡ ਦੈਨ ਉਸਦੀ ਆਇਨਿਕ ਸਟਰਕਚਰ ਇਹ ਵਾਲੀ ਹੋਏਗੀ, ਮੈਗਨੀਸ਼ੀਅਮ ਉੱਤੇ 2 ਪੋਜ਼ੀਟਿਵ, ਆਕਸੀਜਨ ਉੱਤੇ 2 ਨੈਗੇਟਿਵ। ਦੈਨ ਸੈਕਿੰਡ ਕੁਐਸਚਨ ਕੀ ਹੈ, ਵਾਈ ਡੂ ਆਇਨਿਕ ਕੰਪਾਊਂਡਸ ਹੈਵ ਹਾਈ ਮੈਲਟਿੰਗ ਪੁਆਇੰਟਸ। ਜਿਹੜੇ ਆਇਨਿਕ ਕੰਪਾਊਂਡਸ ਹੁੰਦੇ ਨੇ ਉਹ ਜ਼ਿਆਦਾ ਸਟਰੋਂਗ, ਉਹਨਾਂ ਦੀ ਇਲੈਕਟ੍ਰੋਸਟੈਟਿਕ ਫੋਰਸਿਸ ਹੁੰਦੀਆਂ ਨੇ, ਆਪਸ ਦੇ ਵਿੱਚ ਕਾਫੀ ਜ਼ਿਆਦਾ ਅਟਰੈਕਸ਼ਨ ਹੁੰਦੀ ਹੈ। ਆਪੋਜ਼ਿਟਲੀ ਚਾਰਜਡ ਆਇਨ ਜੋ ਹੁੰਦੇ ਨੇ, ਠੀਕ ਹੈ, ਇਹ ਆਪਸ ਦੇ ਵਿੱਚ ਸੋ ਬਹੁਤ ਜ਼ਿਆਦਾ ਇਹਨਾਂ ਦੀ ਐਨਰਜੀ ਦੀ ਲੋੜ ਪੈਂਦੀ ਹੈ ਇਹਨਾਂ ਨੂੰ ਬ੍ਰੇਕ ਡਾਊਨ ਕਰਨ ਵਾਸਤੇ। ਸੋ ਤਾਂ ਕਰਕੇ ਇਹਨਾਂ ਦੀ ਸਟਰੋਂਗ ਇੰਟਰ ਆਇਨਿਕ ਅਟਰੈਕਸ਼ਨ ਹੁੰਦੀ ਹੈ। ਠੀਕ ਹੈ, ਸੋ ਆਈ ਹੋਪ ਸੋ ਕਿ ਤੁਹਾਨੂੰ ਸਾਰਾ ਕਲੀਅਰ ਹੋ ਚੁੱਕਾ ਹੋਵੇਗਾ। ਇਹ ਕੁਐਸਚਨਸ ਤੁਸੀਂ ਆਪਣੀ ਨੋਟਬੁੱਕ ਉੱਤੇ ਨੋਟ ਕਰ ਲੈਣੇ ਨੇ। ਓਕੇ ਸਟੂਡੈਂਟਸ, ਗੁੱਡ ਬਾਏ।